ਸਤਿਗੁਰਾਂ ਦੇ ਪਾਵਨ ਬਚਨਾਂ ਦੀ ਕੁਝ ਕੁ ਸਮਾਂ ਵਿਚਾਰ ਕਰੀਏ ਜੋ ਅੱਜ ਮੱਘਰ ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰੂ ਕੀ ਸਮਝਾਉਣਾ ਕਰਦੇ ਹਨ। ਸੋ ਵਿਚਾਰ ਕਰਨ ਤੋਂ ਪਹਿਲਾਂ ਜੋ ਸਤਿਗੁਰਾਂ ਦੀ ਫਤਿਹ ਦੀ ਸਾਂਝ ਪਾਈਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਾਧ ਜਨਾਂ ਤੇ ਬਾਹਰੀ, ਸੇ ਰਹਿਣ ਅਕੇਲੜੀਆਂ। ਤਿਨ ਦੁਖ ਨ ਕਬਹੁ ਉਤਰੈ, ਸੇ ਜਮ ਕੈ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਨ ਨਿਤ ਖੜੀਆਂ। ਰਤਨ ਜਵੇਹਰ ਲਾਲ ਹਰ, ਕੰਠ ਤਿਨਾ ਜੜੀਆਂ। ਨਾਨਕ ਬਾਂਛੈ ਧੂੜ ਤੈਨ, ਪ੍ਰਭ ਸਰਣੀ ਦਰ ਪੜੀਆਂ। ਮੰਗਰ ਪ੍ਰਭ ਆਰਾਧਨਾ, ਬਹੁੜ ਨ ਜਨਮੜੀਆਂ। ਸਤਿਗੁਰੂ ਪਾਤਸ਼ਾਹ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਕਹਿੰਦੇ ਹਨ ਕਿ ਹੇ ਮੇਰੇ ਮਾਲਕ, ਸਭ ਨੂੰ ਦੇਣ ਵਾਲਾ ਤੂੰ ਹੀ ਇੱਕ ਦਾਤਾਰ ਹੈ ਅਤੇ ਜਿੰਨੇ ਵੀ ਇਸ ਧਰਤੀ 'ਤੇ ਜੀਵ ਹਨ ਉਹ ਸਾਰੇ ਤੇਰੀ ਦਿੱਤੀ ਹੋਈ ਦਾਤ ਨੂੰ ਹੀ ਖਾਂਦੇ ਹਨ। ਪਰ ਉਸ ਦਾਤੇ ਦੇ ਭੰਡਾਰੇ ਵਿੱਚ ਕਦੇ ਕੋਈ ਕਮੀ ਨਹੀਂ ਆਈ। ਅੱਜ ਤੋਂ ਹੀ ਨਹੀਂ, ਪਤਾ ਨਹੀਂ ਕਿੰਨੇ ਕੁ ਯੁੱਗ ਬਤੀਤ ਹੋ ਗਏ, ਮੇਰੇ ਮਾਲਕ ਨੇ ਜੋ ਕੁਝ ਸਿਰਜਿਆ ਹੈ ਉਸ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਸਾਹਿਬ ਕਹਿੰਦੇ ਹਨ, ਕਦੀ ਰੁੱਖ ਉੱਤੇ ਬੈਠੇ ਪੰਛੀ ਦੇ ਆਲ੍ਹਣੇ ਵੱਲ ਤੱਕਿਓ ਕਿ ਉਸ ਨੇ ਇੱਕ ਇੱਕ ਤਿਨਕਾ ਚੁਣ ਕੇ ਆਪਣੇ ਆਲ੍ਹਣੇ ਨੂੰ ਬਣਾਇਆ ਹੈ। ਸਵੇਰੇ ਆਲ੍ਹਣੇ ਵਿੱਚੋਂ ਨਿਕਲਦਾ ਹੈ ਅਤੇ ਸ਼ਾਮ ਨੂੰ ਆਲ੍ਹਣੇ ਵਿੱਚ ਆ ਬੈਠਦਾ ਹੈ। ਔਰ ਨਾ ਹੀ ਕਿਸੇ ਨੇ ਉਸ ਆਲ੍ਹਣੇ ਵਿੱਚ ਕੀਮਤੀ ਵਸਤਰ ਦੇਖੇ ਹੋਣਗੇ, ਨਾ ਹੀ ਉਸ ਦੇ ਆਲ੍ਹਣੇ ਵਿੱਚ ਅੰਦਰ ਅੰਨ ਦਾ ਭੰਡਾਰ ਦੇਖਿਆ ਹੋਵੇਗਾ। ਰੁੱਖਾਂ 'ਤੇ ਰਹਿੰਦਿਆਂ ਹੋਇਆ ਪਾਣੀ ਦੇ ਆਸਰੇ ਜਿਉਂਦਾ ਹੈ। ਦੂਰੋਂ ਦੂਰੋਂ ਚੋਗਾ ਚੁੱਕ ਕੇ ਫਿਰ ਆਲ੍ਹਣੇ ਵਿੱਚ ਆ ਬੈਠਦਾ ਹੈ। ਜਿਸ ਤਰ੍ਹਾਂ ਮੇਰਾ ਮਾਲਕ ਰੁੱਖ 'ਤੇ ਰਹਿਣ ਵਾਲੇ ਪੰਛੀਆਂ ਨੂੰ ਵੀ ਰਿਜ਼ਕ ਦਿੰਦਾ ਹੈ, ਜਿਸ ਨੇ ਸੋਨਾ ਚਾਂਦੀ ਰੁਪਇਆ ਕੋਈ ਇਕੱਠਾ ਨਹੀਂ ਕੀਤਾ, ਉਹ ਉਸ ਨੂੰ ਵੀ ਰਿਜ਼ਕ ਦਿੰਦਾ ਹੈ। ਉਸੇ ਤਰ੍ਹਾਂ ਇਹ ਮਨੁੱਖ, ਪਰਮਾਤਮਾ ਤੈਨੂੰ ਵੀ ਰਿਜ਼ਕ ਦੇਵੇਗਾ। ਸਾਹਿਬ ਕਹਿੰਦੇ ਕਿ ਜਿਸ ਜੀਵ ਇਸਤਰੀ ਦਾ ਪਰਮਾਤਮਾ ਦੇ ਨਾਲ ਪਿਆਰ ਪੈ ਜਾਵੇ, ਪਰਮਾਤਮਾ ਦੇ ਪਿਆਰੇ ਦੇ ਅੰਦਰ ਮੇਰੇ ਮਾਲਕ ਦੀ ਕਿਰਪਾ ਨਾਲ ਨਾਮ ਵਸ ਜਾਵੇ, ਉਸ ਪ੍ਰਭੂ ਪਰਮਾਤਮਾ ਦਾ ਪਿਆਰ ਵਸ ਜਾਵੇ, ਉਸ ਦੇ ਚਿਹਰੇ ਦੇ ਰੂਪ ਨੂੰ ਕੋਈ ਵਡਿਆਈ ਨਹੀਂ ਕਰ ਸਕਦਾ, ਉਸ ਦੇ ਗੁਣਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਪਰ ਮਨੁੱਖ ਜਿਸ ਕੰਮ ਵਾਸਤੇ ਇੱਥੇ ਆਇਆ, ਉਸ ਨੂੰ ਭੁੱਲ ਕੇ ਇਹ ਦੌਲਤ ਧਨ ਇਕੱਠਾ ਹੀ ਕਰਨ ਦੇ ਵਿੱਚ ਲੱਗ ਗਿਆ। ਜੇਕਰ ਇਹ ਆਪਦੇ ਵਾਸਤੇ ਮਿਹਨਤ ਕਰੇ, ਆਪਦੇ ਵਾਸਤੇ ਹੀ ਕਮਾਵੇ, ਤਾਂ ਕਦੇ ਵੀ ਇਹ ਰੱਬ 'ਤੇ ਰੋਸ ਨਾ ਕਰੇ। ਕਹਿੰਦੇ ਹਨ ਕਿ ਇੱਕ ਵਾਰੀ ਮਨੁੱਖ ਨੇ ਪਰਮਾਤਮਾ ਨਾਲ ਗਿਲਾ ਕੀਤਾ, ਰੋਸ ਕੀਤਾ ਕਿ ਐ ਪਰਮਾਤਮਾ, ਤੂੰ ਸਾਰੀ ਜਿੰਨੀ ਭੱਜ ਦੌੜ ਹੈ ਇੱਕ ਮਨੁੱਖ ਨੂੰ ਹੀ ਕਿਉਂ ਦਿੱਤੀ? ਇਹ ਦਿਨ ਰਾਤ ਕਮਾਉਂਦਾ ਹੈ, ਦੂਰ ਦੂਰ ਤੱਕ ਮਿਹਨਤ ਕਰਨ ਜਾਂਦਾ ਹੈ, ਦੇਸਾਂ ਵਿਦੇਸਾਂ ਵਿੱਚ ਤੱਕ ਵੀ ਮਿਹਨਤ ਕਰਨ ਜਾਂਦੇ ਨੇ ਰੋਟੀ ਦੀ ਖਾਤਰ। ਪਰ ਇੱਕ ਮਨੁੱਖ ਨੂੰ ਹੀ ਤੂੰ ਇੰਨੀ ਭੱਜ ਦੌੜ ਕਿਉਂ ਦੇ ਦਿੱਤੀ? ਹੋਰ ਵੀ ਤਾਂ ਜੀਵ ਜੰਤੂ ਹਨ, ਉਹ ਇੰਨਾ ਭੱਜਦੇ ਨੱਸਦੇ ਨਹੀਂ। ਤਾਂ ਕਹਿੰਦੇ ਕਿ ਪਰਮਾਤਮਾ ਨੇ ਉਸ ਨੂੰ ਜਵਾਬ ਦਿੱਤਾ ਕਿ ਇਹ ਮਨੁੱਖ,
ਜੇ ਤੂੰ ਆਪਦੇ ਵਾਸਤੇ ਕਮਾਵੇਂ ਤਾਂ ਤੂੰ ਭੁੱਖਾ ਨਹੀਂ ਮਰਦਾ, ਤੈਨੂੰ ਇਹਨਾਂ ਭੱਜਣਾ ਵੀ ਨਹੀਂ ਪੈਂਦਾ। ਤੂੰ ਸੋਚਦਾ ਹੈ ਕਿ ਮੇਰੇ ਪੁੱਤਾਂ ਦਾ ਵੀ ਜੁੜ ਜਾਵੇ, ਗਾਂ ਪੋਤਰਿਆਂ ਦਾ ਵੀ ਜੁੜ ਜਾਵੇ, ਗਾਂ ਪੜੋਤਿਆਂ ਦਾ ਵੀ ਜੁੜ ਜਾਵੇ। ਜੇਕਰ ਮੈਂ ਜੀਵਾਂ ਨੂੰ ਭੋਜਨ ਦੇ ਸਕਦਾ ਜਿਹੜੇ ਕਮਾਉਂਦੇ ਵੀ ਨਹੀਂ, ਪੰਛੀਆਂ ਨੂੰ ਭੋਜਨ ਦੇ ਸਕਦਾ ਹੈ, ਰਿਜ਼ਕ ਦੇ ਸਕਦਾ ਹੈ, ਤੈਨੂੰ ਰਿਜ਼ਕ ਦੇ ਸਕਦਾ, ਤੇਰੇ ਪੁੱਤਰਾਂ ਨੂੰ ਵੀ ਦੇ ਸਕਦਾ, ਤੇਰੇ ਪੋਤਰਿਆਂ ਨੂੰ ਵੀ ਦੇ ਸਕਦਾ, ਤੇਰੇ ਪੜੋਤਿਆਂ ਨੂੰ ਵੀ ਦੇ ਸਕਦਾ, ਕਿਉਂਕਿ ਮੈਂ ਰਿਜ਼ਕ ਸਾਰਿਆਂ ਨੂੰ ਦਿੰਦਾ। ਪਰ ਤੂੰ ਮੈਨੂੰ ਛੱਡ ਕੇ ਤੂੰ ਆਪ ਸਾਰੀ ਜ਼ਿੰਮੇਵਾਰੀ ਚੱਕੀ ਬੈਠਾ, ਸਾਰਾ ਫਿਕਰ ਆਪ ਹੀ ਸਾਂਭੀ ਬੈਠਾ, ਤੇ ਫਿਰ ਭੱਜ ਦੌੜ ਤਾਂ ਭਾਈ ਤੇਰੀ ਆਪ ਹੀ ਵਧਾਈ ਹੈ, ਮੈਂ ਨਹੀਂ ਵਧਾਈ, ਕਿਉਂਕਿ ਮੈਂ ਤਾਂ ਰਿਜ਼ਕ ਸਾਰਿਆਂ ਨੂੰ ਦਿੰਦਾ ਹਾਂ। ਪਰ ਤੂੰ ਜ਼ਿੰਮੇਵਾਰੀ ਸੰਭਾਲੀ ਬੈਠਾ ਕਿ ਮੈਂ ਆਪਦੇ ਗਾਂ ਪੋਤਿਆਂ ਪੜੋਤਿਆਂ ਤੱਕ ਜੋੜ ਕੇ ਜਾਵਾਂ, ਇਹ ਨਾ ਭੁੱਖੇ ਮਰਨ। ਜੇ ਤੂੰ ਨਹੀਂ ਭੁੱਖਾ ਮਰਿਆ, ਪੰਛੀ ਭੁੱਖੇ ਨਹੀਂ ਮਰਦੇ, ਜਾਨਵਰ ਭੁੱਖੇ ਨਹੀਂ ਮਰਦੇ, ਹੋਰ ਜੀਵ ਭੁੱਖੇ ਨਹੀਂ ਮਰਦੇ, ਤਾਂ ਭੁੱਖੇ ਉਹ ਵੀ ਨਹੀਂ ਮਰਨਗੇ, ਉਹਨਾਂ ਦੇ ਹਿੱਸੇ ਦਾ ਰਿਜ਼ਕ ਉਹਨਾਂ ਨੂੰ ਵੀ ਮਿਲੇਗਾ। ਭੱਜ ਦੌੜ ਇਹ ਮਨੁੱਖ ਨੇ ਆਪ ਹੀ ਵਧਾਈ ਹੋਈ ਹੈ, ਆਪ ਹੀ ਪਾਈ ਹੋਈ ਹੈ। ਪਰ ਸਤਿਗੁਰੂ ਕਹਿੰਦੇ ਮਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਮਗਰ ਦੇ ਮਹੀਨੇ ਵਿੱਚ ਉਹ ਸੁਹੰਦੀਆਂ ਹਨ, ਸੋਹਣੀਆਂ ਹਨ। ਸੁਹੰਦੀਆਂ ਦਾ ਮਤਲਬ ਹੈ ਕਿ ਸੋਹਣੇ ਲੱਗਣਾ। ਮਗਰ ਮਾਹੇ ਸੁਹੰਦੀਆਂ, ਮੱਘਰ ਦੇ ਮਹੀਨੇ ਵਿੱਚ ਉਹ ਜੀਵ ਇਸਤਰੀਆਂ ਸੋਭਦੀਆਂ ਹਨ, ਸੋਹਣੀਆਂ ਹਨ। ਹਰ ਪਿਰ ਸੰਗ ਬੈਠੜੀਆਂ। ਸਾਹਿਬ ਕਹਿੰਦੇ ਕਿ ਜਿਹੜੀਆਂ ਜੀਵ ਇਸਤਰੀਆਂ ਉਸ ਪਰਮਾਤਮ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਗਈਆਂ, ਉਹਦੇ ਨਾਮ ਨਾਲ ਜੁੜ ਗਈਆਂ, ਉਹਦੇ ਪਿਆਰ ਵਿੱਚ ਜੁੜ ਗਈਆਂ, ਮੱਘਰ ਦੇ ਮਹੀਨੇ ਵਿੱਚ ਉਹ ਸਭ ਤੋਂ ਚੰਗੀਆਂ ਸੋਭਾ ਵਾਲੀਆਂ ਜੀਵ ਇਸਤਰੀਆਂ ਹਨ। ਤਿੰਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਜਿਨ੍ਹਾਂ ਨੂੰ ਮੇਰੇ ਮਾਲਕ ਨੇ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਜੋੜ ਲਿਆ, ਉਹਨਾਂ ਦੀ ਸੋਭਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਹਨ ਦੁਨਿਆਵੀ ਤੌਰ 'ਤੇ ਜਿਸ ਇਸਤਰੀ ਦਾ ਪਤੀ ਉਸ ਦੇ ਘਰ ਵਿੱਚ ਹੋਵੇ ਤਾਂ ਉਸ ਦੀ ਖੁਸ਼ੀ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਹਦਾ ਮਾਲਕ ਉਹਦੇ ਕੋਲੇ ਹੈ, ਉਹਦੇ ਨਾਲ ਹੈ। ਉਸ ਦੇ ਚਿਹਰੇ ਨੂੰ ਕੋਈ ਬਿਆਨ ਨਹੀਂ ਕਰ ਸਕਦਾ, ਉਹਦੀ ਖੁਸ਼ੀ ਨੂੰ ਕੋਈ ਲਿਖ ਨਹੀਂ ਸਕਦਾ। ਜਿਸ ਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਪਤੀ ਦਾ ਪਿਆਰ ਆ ਜਾਵੇ, ਜਿਹੜਾ ਸਭ ਦਾ ਮਾਲਕ ਹੈ, ਕਿਤੇ ਉਹਦੇ ਨਾਲ ਪਿਆਰ ਬਣ ਜਾਵੇ ਤਾਂ ਪਾਤਸ਼ਾਹ ਕਹਿੰਦੇ ਉਹਦੀ ਵਡਿਆਈ ਨੂੰ, ਉਹਦੀ ਸੋਭਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸਤਿਗੁਰੂ ਕਹਿੰਦੇ ਕਿ ਮਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਕਹਿੰਦੇ ਜਿਹੜੀਆਂ ਮਗਰ ਦੇ ਮਹੀਨੇ ਵਿੱਚ ਗੁਰਮੁਖ ਜੀਵ ਇਸਤਰੀਆਂ ਜਪਣ ਵਾਲੇ ਪਿਆਰਿਆਂ ਦੇ ਨਾਲ ਬੈਠ ਕੇ, ਉਹਨਾਂ ਦੇ ਕੋਲ ਬੈਠ ਕੇ ਨਾਮ ਜਪਣ ਵਿੱਚ ਲੱਗ ਜਾਣ, ਪਰਮਾਤਮਾ ਨਾਲ ਜੁੜ ਜਾਣ, ਉਹ ਸਭ ਤੋਂ ਚੰਗੇ ਭਾਗਾਂ ਵਾਲੇ ਹਨ, ਉਹ ਸਭ ਤੋਂ ਚੰਗੇ ਹਨ, ਸੋਭਾ ਵਾਲੇ ਬਣ ਜਾਂਦੇ ਹਨ। ਉਹਨਾਂ ਦੇ ਸੋਭਾ ਵਾਲੇ ਬਚਨ ਕਹੋ ਤਾਂ ਸਤਿਗੁਰੂ ਕਹਿੰਦੇ ਭਾਈ ਜਿਹੜੇ ਪਰਮਾਤਮਾ ਦੇ ਨਾਲ ਜੁੜਿਆ ਹੋਇਆਂ ਦੇ ਕੋਲ ਬੈਠਦੇ ਹਨ, ਉਹਨਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤਿੰਨ ਕੀ ਸੋਭਾ ਕਿਆ ਗਣੀ, ਕਿ ਉਹਨਾਂ ਬਾਰੇ ਕੀ ਕਿਹਾ ਜਾ ਸਕਦਾ ਹੈ। ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮੇਲ ਲਿਆ ਹੈ, ਉਹਨਾਂ ਦੀ ਸੋਭਾ ਨੂੰ ਫਿਰ ਕੌਣ ਬਿਆਨ ਕਰ ਸਕਦਾ ਹੈ। ਇਹ ਕਿਰਪਾ ਉਹਨਾਂ ਉੱਤੇ ਕਿਵੇਂ ਹੋ ਗਈ, ਤਾਂ ਪਾਤਸ਼ਾਹ ਕਹਿਣ ਲੱਗੇ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਗੁਰਮੁਖ ਹਨ ਜਿਹੜੇ ਜਪਣ ਵਾਲੇ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਸਾਧ ਦਾ ਭਾਵ ਹੈ ਕਿ ਸੋਧਿਆ ਹੋਇਆ, ਸਾਧਿਆ ਹੋਇਆ, ਜਿਹਨੂੰ ਕੋਈ ਕਾਮ ਕ੍ਰੋਧ ਲੋਭ ਮੋਹ ਸਤਾਉਂਦਾ ਨਹੀਂ, ਜਿਹਨੂੰ ਕੋਈ ਲਾਲਚ ਸਤਾਉਂਦਾ ਨਹੀਂ, ਜਿਹਨੂੰ ਹੰਕਾਰ ਮਾਣ ਸਤਾਉਂਦਾ ਨਹੀਂ, ਸਾਰੇ ਪਾਸਿਆਂ ਤੋਂ ਸੋਧਿਆ ਹੋਇਆ, ਇੱਕ ਪਰਮਾਤਮਾ ਨਾਲ ਜੁੜਿਆ ਹੋਇਆ, ਉਹਨੂੰ ਕਹਿੰਦੇ ਸਾਧ, ਕਿ ਸਾਧਿਆ ਗਿਆ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਗੁਰਮੁਖ ਹਨ ਜਿਹੜੇ ਜਪਣ ਵਾਲੇ, ਉਹਨਾਂ ਦੀ ਸੰਗਤ ਤੋਂ ਬਿਨਾਂ ਕਦੇ ਵੀ ਪਤੀ ਪਰਮਾਤਮਾ ਦਾ ਪਿਆਰ ਨਹੀਂ ਮਿਲਦਾ, ਕਿਉਂਕਿ ਉਹਨਾਂ ਦੇ ਨਾਲ ਬੈਠ ਕੇ ਮਨ ਜੁੜ ਜਾਂਦਾ ਹੈ। ਜਿਵੇਂ ਉਹਨਾਂ ਨੇ ਮਨ ਜੋੜਿਆ, ਉਹ ਜੁਗਤ ਦੱਸ ਦਿੰਦੇ ਹਨ ਭਾਈ ਇਸ ਤਰ੍ਹਾਂ ਮਨ ਜੁੜੇਗਾ। ਉਹਨਾਂ ਦੀ ਸੰਗਤ ਕਰਨ ਦੇ ਨਾਲ, ਸੰਗਤ ਰੱਬ ਦੇ ਪਿਆਰਿਆਂ ਦੇ ਕਰਨੀ, ਰੱਬ ਦੇ ਪਿਆਰਿਆਂ ਦੀ ਕਰਨੀ ਆ, ਪਰ ਜੁੜਨਾ ਰੱਬ ਨਾਲ ਹੈ। ਇਹ ਸਤਿਗੁਰੂ ਨੇ ਬਹੁਤ ਵਾਰੀ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਉਣਾ ਕੀਤਾ ਹੈ
ਕਿ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਹੈ, ਪਰ ਜੁੜਨਾ ਰੱਬ ਨਾਲ ਹੈ, ਪਰਮਾਤਮਾ ਨਾਲ ਹੈ। ਖੈਰ, ਕਹਿੰਦੇ ਕਿ ਜਦੋਂ ਉਹਨਾਂ ਦੀ ਸੰਗਤ ਕਰੀਏ ਤਾਂ ਪਰਮਾਤਮਾ ਦੇ ਨਾਲ ਨੇੜਤਾ ਹੋ ਜਾਂਦੀ ਹੈ। ਤਨ ਤੇ ਮਨ ਉਦੋਂ ਖਿੜ ਜਾਂਦਾ ਹੈ ਜਦੋਂ ਜਪਣ ਵਾਲਿਆਂ ਦੀ ਸੰਗਤ ਮਿਲ ਜਾਵੇ। ਤੇ ਜੇ ਕੋਈ ਦਾਅਵਾ ਕਰਕੇ ਕਹੇ ਕਿ ਮੈਂ ਸਾਧ ਸੰਗਤ ਨਹੀਂ ਕਰਨੀ, ਸੰਗਤ ਨਹੀਂ ਕਰਨੀ, ਗਿਆਨ ਸੁਣਨਾ ਨਹੀਂ, ਗਿਆਨ ਲੈਣਾ ਨਹੀਂ, ਗੁਰਬਾਣੀ ਨੂੰ ਸੁਣਨਾ ਨਹੀਂ, ਗੁਰਬਾਣੀ ਨੂੰ ਸਮਝਣਾ ਨਹੀਂ, ਤੇ ਪ੍ਰਮਾਤਮਾ ਨਾਲ ਮਿਲਾਪ ਹੋ ਜਾਵੇਗਾ, ਕਦੇ ਵੀ ਨਹੀਂ ਹੋ ਸਕਦਾ। ਜਿੰਨਾ ਚਿਰ ਸਾਡੇ ਮਨ ਨੂੰ ਗਿਆਨ ਨਹੀਂ ਹੁੰਦਾ ਕਿ ਮਨ ਹੈ ਕੀ ਹੈ, ਸਰੀਰ ਹੈ ਕੀ ਆ, ਇਹ ਕਿੱਥੋਂ ਆਇਆ, ਇਹਨੇ ਕਿੱਥੇ ਜਾਣਾ, ਇਹ ਕੌਣ ਹੈ, ਪਰਮਾਤਮਾ ਕੌਣ ਹੈ, ਦੁਨਿਆਵੀ ਸਿਸਟਮ ਕੀ ਹੈ, ਇੱਕ ਗਿਆਨ ਹੈ। ਗਿਆਨ ਇਹ ਕਿੱਥੋਂ ਮਿਲੇਗਾ ਸਾਨੂੰ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀਆਂ ਚੀਜ਼ਾਂ ਸਾਨੂੰ ਸਮਝਾਉਂਦੇ ਹਨ, ਸਾਰੀਆਂ ਗੱਲਾਂ ਨੂੰ ਸਮਝਾਉਣਾ ਕਰਦੇ ਹਨ ਕਿ ਭਾਈ ਤੂੰ ਕੌਣ ਹੈ, ਕਿੱਥੋਂ ਆਇਆ, ਕਿਵੇਂ ਆਇਆ, ਦੁਨਿਆਵੀ ਸੰਬੰਧ ਤੇਰਾ ਕਿਵੇਂ ਜੁੜਿਆ, ਤੇਰਾ ਧੀਆਂ ਪੁੱਤਰਾਂ ਦੇ ਨਾਲ ਸੰਬੰਧ ਕੀ ਹੈ, ਮਾਤਾ ਪਿਤਾ ਨਾਲ ਤੇਰਾ ਸੰਬੰਧ ਕੀ ਸੀ, ਅਸਲ ਤੇਰਾ ਮਾਤਾ ਪਿਤਾ ਕੌਣ ਹੈ, ਤੇਰਾ ਅਸਲ ਮਾਲਕ ਕੌਣ ਹੈ। ਇਹ ਸਾਨੂੰ ਕਿੱਥੋਂ ਗਿਆਨ ਮਿਲੇਗਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ। ਜਿੰਨਾ ਚਿਰ ਗਿਆਨ ਨਹੀਂ ਮਿਲਦਾ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਗਤ ਨਹੀਂ ਕਰਦੇ, ਉਨਾ ਚਿਰ ਸਾਨੂੰ ਗਿਆਨ ਨਹੀਂ ਹੋਣਾ। ਗਿਆਨ ਹੋਏ ਤੋਂ ਬਿਨਾਂ ਪਰਮਾਤਮਾ ਨਾਲ ਮਿਲਾਪ ਨਹੀਂ ਹੋਣਾ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਸਤਿਗੁਰੂ ਕਹਿੰਦੇ ਕਿ ਜਿਹੜੇ ਉਹਦੇ ਪਿਆਰਿਆਂ ਦੀ, ਉਹਦੇ ਗਿਆਨ ਦੀ, ਉਹਦੇ ਨਿਯਮ ਦੀ ਸੰਗਤ ਨਹੀਂ ਕਰਦੇ, ਸਤਿਗੁਰੂ ਕਹਿੰਦੇ ਉਹ ਇਕੱਲੇ ਰਹਿ ਗਏ। ਜਿਵੇਂ ਸੜਿਆ ਹੋਇਆ ਤਿਲ ਦਾ ਬੂਟਾ ਖੇਤ ਵਿੱਚ ਖਲੋਤਾ ਹੋਵੇ, ਬਿਲਕੁਲ ਇਕੱਲਾ ਹੋਵੇ, ਉੱਥੇ ਤੜਫਦਾ ਪਿਆ ਹੋਵੇ, ਇਸੇ ਤਰ੍ਹਾਂ ਕਿ ਇਹ ਜੀਵ ਇਸੇ ਤਰ੍ਹਾਂ ਹੀ ਰੱਬ ਦੀ ਨਿੰਦਿਆ ਕਰਨ ਵਾਲਾ, ਰੱਬ ਤੋਂ ਟੁੱਟਿਆ ਹੋਇਆ ਇਕੱਲਾ ਰਹਿ ਜਾਂਦਾ ਹੈ। ਗਿਆਨ ਤੋਂ ਹੀਣਾ ਮਨੁੱਖ ਪਰਮਾਤਮਾ ਦੇ ਨੇੜਤਾ ਨਹੀਂ ਕਰ ਸਕਦਾ, ਉਹਦੇ ਨਾਲ ਜੁੜ ਨਹੀਂ ਸਕਦਾ, ਕੋਈ ਵੀ ਉਸ ਦੀ ਫਿਰ ਬਾਂਹ ਨਹੀਂ ਫੜਦਾ। ਤਿੰਨ ਦੁੱਖ ਨਾ ਕਬੂ ਉਤਰੈ ਸੇ ਜਮ ਕੇ ਵਸ ਪੜੀਆਂ। ਉਹਨਾਂ ਦਾ ਇਹ ਵਿਛੋੜੇ ਦਾ ਦੁੱਖ, ਕਲਪਨਾ ਦਾ ਦੁੱਖ, ਤ੍ਰਿਸ਼ਨਾ ਦਾ ਦੁੱਖ, ਲਾਲਚ ਦਾ ਦੁੱਖ, ਕਾਮ ਕ੍ਰੋਧ ਲੋਭ ਮੋਹ ਦਾ ਦੁੱਖ, ਇਹ ਕਦੇ ਵੀ ਉਤਰਨਾ ਨਹੀਂ, ਦੂਰ ਨਹੀਂ ਹੋਣਾ। ਕਿਉਂ? ਕਿ ਉਹਨਾਂ ਨੂੰ ਅਜੇ ਗਿਆਨ ਹੋਇਆ ਨਹੀਂ ਕਿ ਇਹਨਾਂ ਤੋਂ ਦੂਰ ਕਿਵੇਂ ਹੋਣਾ। ਉਹ ਜੀਵ ਇਸਤਰੀਆਂ ਫਿਰ ਜਮਾਂ ਦੇ ਵੱਸ ਪੈ ਜਾਂਦੀਆਂ। ਭਾਵ ਜਮ ਕਿਹੜੇ? ਕਿ ਸਾਡੇ ਰੋਗ ਹੀ ਉਹ ਜਿਹੜੇ ਬਣ ਜਾਂਦੇ ਹਨ, ਰੋਗ ਹੀ ਸਾਡੇ ਜਮ ਹਨ। ਵਿਛੋੜਾ ਹੀ ਪ੍ਰਮਾਤਮਾ ਤੋਂ ਇੱਕ ਵੱਡਾ ਜਮ ਹੈ, ਦੁੱਖ ਹੈ, ਰੋਗ ਹੈ। ਸਤਿਗੁਰੂ ਕਹਿੰਦੇ ਉਹਨਾਂ ਦਾ ਇਹ ਵਿਛੋੜੇ ਦਾ ਦੁੱਖ, ਕਲਪਨਾ ਦਾ ਦੁੱਖ ਕਦੇ ਵੀ ਮੁੱਕਣਾ ਨਹੀਂ। ਉਹ ਜੀਵ ਇਸਤਰੀਆਂ ਫਿਰ ਜਮਾਂ ਦੇ ਵੱਸ ਪੈ ਜਾਣਗੀਆਂ। ਸਤਿਗੁਰੂ ਕਹਿੰਦੇ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਰਾਵਿਆ ਦਾ ਭਾਵ ਕਿ ਜਿਨ੍ਹਾਂ ਨੇ ਆਪਣੇ ਪਿਆਰੇ ਵਾਹਿਗੁਰੂ ਦੇ ਨਾਲ ਪਿਆਰ ਪਾ ਲਿਆ, ਉਹਦੇ ਪਿਆਰ ਨੂੰ ਮਾਣਿਆ ਹੈ। ਸਾਹਿਬ ਕਹਿੰਦੇ ਇੱਕ ਦਿਨ ਉਹ ਰੋਜ਼ ਉਸ ਦੀ ਹਜ਼ੂਰੀ ਵਿੱਚ ਉਸ ਦੇ ਪਿਆਰ ਨੂੰ ਮਾਣਦੇ ਹਨ। ਪਰਮਾਤਮਾ ਨਾਲ ਇੱਕ ਦਿਨ ਹੌਲੀ ਹੌਲੀ ਨੇੜਤਾ ਹੋ ਜਾਂਦੀ ਹੈ, ਫਿਰ ਹੌਲੀ ਹੌਲੀ ਪਰਮਾਤਮਾ ਦੇ ਨਾਲ ਪਿਆਰ ਵੱਧ ਜਾਂਦਾ ਹੈ। ਪਿਆਰ ਨਾਲ ਫਿਰ ਸਤਿਗੁਰੂ ਉਹਦੇ 'ਤੇ ਕਿਰਪਾ ਕਰਦੇ ਹਨ, ਨੇੜਤਾ ਹੋ ਜਾਂਦੀ, ਮਿਲਾਪ ਹੋ ਜਾਂਦਾ। ਇੱਕ ਦਿਨ ਫਿਰ ਜਨਮ ਮਰਨ ਵੀ ਖਤਮ ਹੋ ਜਾਂਦਾ ਹੈ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਫਿਰ ਉਹ ਸਤਿਗੁਰੂ ਦੇ ਪ੍ਰਭੂ ਦੇ ਦਰਬਾਰ ਦੇ ਵਿੱਚ ਖੜੀਆਂ ਹੀ ਦਿਸਦੀਆਂ ਹਨ। ਹੋਰ ਜੀਵ ਇਸਤਰੀਆਂ ਉੱਥੋਂ ਤੱਕ ਨਹੀਂ ਪਹੁੰਚ ਸਕਦੀਆਂ, ਕਿਉਂਕਿ ਜਿੰਨਾ ਚਿਰ ਕਿਸੇ ਦੇ ਰਾਹ ਘਰ ਦਾ ਪਤਾ ਨਹੀਂ, ਆਪਾਂ ਉੱਥੋਂ ਤੱਕ ਪਹੁੰਚ ਨਹੀਂ ਸਕਦੇ। ਜਦੋਂ ਆਪਾਂ ਨੂੰ ਕਿਸੇ ਰਸਤੇ ਦਾ ਪਤਾ ਨਹੀਂ, ਸਾਡੀ ਮੰਜ਼ਿਲ ਕੀ ਹੈ, ਉਹਦਾ ਰਸਤਾ ਕੀ ਹੈ, ਉਹਨਾਂ ਚਿਰ ਨਾ ਤਾਂ ਉਹ ਰਸਤੇ ਤੁਰ ਸਕਦੇ, ਨਾ ਮੰਜ਼ਿਲ 'ਤੇ ਤੁਰ ਸਕਦੇ, ਪਹੁੰਚ ਸਕਦੇ ਹਾਂ। ਇਹ ਮੰਜ਼ਿਲ ਕਿੱਥੇ ਹੈ, ਇਹਦਾ ਰਸਤਾ ਕਿਹੜਾ ਹੈ, ਇਹਦੇ ਬਾਰੇ ਪੁੱਛਣਾ ਪਵੇਗਾ। ਅਤੇ ਪੁੱਛਾਂਗੇ ਕਿਹਨੂੰ? ਜਿਹਨੂੰ ਪਤਾ ਹੋਇਆ, ਜਿਹੜਾ ਆਪ ਉਸ ਮੰਜ਼ਿਲ 'ਤੇ ਪਹੁੰਚਿਆ ਹੋਵੇਗਾ, ਉਸੇ ਨੂੰ ਪੁੱਛਾਂਗੇ। ਜਿਹਨੇ ਉਹ ਆਪ ਨਹੀਂ ਮੰਜ਼ਿਲ ਦੇਖੀ, ਆਪ ਉਹ ਰਸਤਾ ਦੇਖਿਆ ਨਹੀਂ, ਉਹਨੂੰ ਪੁੱਛਾਂਗੇ, ਉਹ ਦੱਸ ਨਹੀਂ ਸਕਦਾ। ਕੌਣ ਪਹੁੰਚੇ ਆ? ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, 10 ਪਾਤਸ਼ਾਹੀਆਂ, ਭਗਤ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ।
ਬੈਠੇ ਸਾਨੂੰ ਸਮਝਾਉਂਦੇ ਹਨ, ਉਹ ਸਾਨੂੰ ਰਸਤਾ ਦੱਸਦੇ ਹਨ। ਪਰ ਅਸੀਂ ਉਹਨਾਂ ਕੋਲੇ ਆ ਕੇ ਬੈਠਾਂਗੇ, ਉਹਨਾਂ ਨੂੰ ਪੁੱਛਾਂਗੇ, ਸਮਝਾਂਗੇ ਤਾਂ ਪਤਾ ਲੱਗੇਗਾ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ, ਉਹ ਫਿਰ ਪ੍ਰਭੂ ਦੇ ਦਰਬਾਰ ਵਿੱਚ ਖੜੇ ਦਿਸਦੇ ਹਨ ਜਿਹੜੇ ਪ੍ਰਮਾਤਮਾ ਨਾਲ ਜੁੜ ਗਏ। ਰਤਨ ਜਵੇਹਰ ਲਾਲ ਹਰ ਕੰਠ ਤਿਨਾਂ ਜੜੀਆਂ ਹਨ, ਉਹਨਾਂ ਦੇ ਗਲੇ ਦਾ ਸ਼ਿੰਗਾਰ ਵਾਹਿਗੁਰੂ ਦਾ ਨਾਮ ਕੀਮਤੀ ਹੀਰਾ ਬਣ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇ ਤੂੰ ਵੀ ਇਹ ਗਲੇ ਦਾ ਸ਼ਿੰਗਾਰ ਬਣਾਉਣਾ ਚਾਹੁੰਦਾ ਹੈ ਤਾਂ ਭਾਈ ਗੁਰੂ ਦੇ ਸ਼ਬਦ ਨਾਲ ਜੁੜ ਜਾ, ਗੁਰੂ ਦੀ ਬਾਣੀ ਨਾਲ ਜੁੜ ਜਾ, ਗਿਆਨ ਲੈ। ਜੇ ਤੂੰ ਗਿਆਨ ਲੈ ਲਵੇਂਗਾ, ਇਹੀ ਹੌਲੀ ਹੌਲੀ ਗਿਆਨ ਤੇਰਾ ਸ਼ਿੰਗਾਰ ਬਣ ਜਾਵੇਗਾ, ਤੇਰਾ ਨੂਰ ਬਣ ਜਾਵੇਗਾ। ਤੈਨੂੰ ਗਿਆਨ ਹੋ ਗਿਆ ਤਾਂ ਤੇਰਾ ਸਤਿਕਾਰ ਹੋਣ ਲੱਗ ਪਵੇਗਾ, ਤੇਰਾ ਸਤਿਕਾਰ ਵਧੇਗਾ। ਸਤਿਕਾਰ ਪ੍ਰਮਾਤਮਾ ਦਾ ਹੋਣਾ ਹੈ, ਕਿਉਂਕਿ ਅਸੀਂ ਉਹਦੇ ਨਾਲ ਜੁੜੇ ਹਾਂ। ਜੁੜੇ ਹੋਏ ਦਾ ਸਤਿਕਾਰ ਹੋ ਜਾਂਦਾ ਹੈ। ਰਤਨ ਜਵੇਹਰ ਲਾਲ ਹਰ ਕੰਠ ਤਿਨਾਂ ਜੜੀਆਂ, ਫਿਰ ਉਹਨਾਂ ਦਾ ਇਹ ਸ਼ਿੰਗਾਰ ਬਣ ਜਾਂਦਾ ਨਾਮ ਬਾਣੀ। ਨਾਨਕ ਬਾਂਛੈ ਧੂੜ ਤੈਨ ਪ੍ਰਭ ਸਰਨੀ ਦਰ ਪੜੀਆਂ। ਸਤਿਗੁਰੂ ਕਹਿੰਦੇ ਹਨ ਕਿ ਹੇ ਮੇਰੇ ਮਾਲਕ, ਜਿਹੜੇ ਜੁੜੇ ਹਨ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ ਦੇ, ਉਹਨਾਂ ਦਾ ਮਿਲਾਪ ਬਖਸ਼ ਦੇ, ਉਹਨਾਂ ਦੇ ਕੋਲੇ ਬਹਿਣ ਦੀ ਸਾਨੂੰ ਜਾਚ ਆ ਜਾਵੇ। ਸਤਿਗੁਰੂ ਕਹਿਣ ਲੱਗੇ ਤੁਸੀਂ ਵੀ ਇੱਕ ਕੰਮ ਕਰੋ, ਮੱਘਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ। ਮੱਘਰ ਦੇ ਮਹੀਨੇ ਵਿੱਚ ਆਪਣੇ ਮਾਲਕ ਨੂੰ ਆਰਾਧਿਆ ਕਰੋ। ਵੈਸੇ ਤਾਂ ਸਾਰੇ ਮਹੀਨੇ ਹੀ ਪ੍ਰਮਾਤਮਾ ਦੇ ਨਾਲ ਜੋੜਦੇ ਹਨ। ਆਪਾਂ ਜਿਹੜੇ ਵੀ ਮਹੀਨੇ ਦੀ ਵਿਚਾਰ ਕਰਾਂਗੇ ਉਹ ਪ੍ਰਮਾਤਮਾ ਦੇ ਨਾਲ। ਸਤਿਗੁਰੂ ਨੇ ਇਵੇਂ ਇੱਕ ਇੱਕ ਮਹੀਨਾ ਕਰਕੇ ਸਾਨੂੰ ਕਿਹਾ, ਸਮਝਾਇਆ ਕਿ ਇਸ ਮਹੀਨੇ ਨਾਮ ਜਪਿਆ ਕਰ, ਇਸ ਮਹੀਨੇ ਨਾਲ ਤੇਰਾ ਸੁੱਖ ਪ੍ਰਾਪਤ ਹੋ ਜਾਵੇਗਾ, ਤੇਰਾ ਅੰਦਰ ਠੰਡਾ ਹੋ ਜਾਵੇਗਾ, ਤੂੰ ਤਪਸ ਦੇ ਵਿੱਚੋਂ ਆਇਆ। ਇਸ ਤਰ੍ਹਾਂ ਕਰਕੇ ਇੱਕ ਇੱਕ ਮਹੀਨੇ ਦੇ ਕਰਕੇ ਸਾਨੂੰ ਪ੍ਰਮਾਤਮਾ ਨੇ ਸਾਰੇ ਸਵਾਸਾਂ ਕਰਕੇ, ਸਾਰੇ ਸਮੇਂ ਕਰਕੇ ਹੀ ਜੁੜਨਾ ਕਿਹਾ ਹੈ। ਇਹ ਨਹੀਂ ਕਿ ਮੱਘਰ ਦਾ ਮਹੀਨਾ ਹੀ ਇਕੱਲਾ ਜੋੜਦਾ ਹੈ। ਆਪਾਂ ਪਿੱਛੇ ਪੜ੍ਹ ਕੇ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਘਣਾ। ਚੇਤ ਦੇ ਮਹੀਨੇ ਵਿੱਚ ਵੀ ਸਤਿਗੁਰੂ ਕਹਿੰਦੇ ਜੇ ਤੂੰ ਆਰਾਧੇਗਾ, ਉਹਦਾ ਆਰਾਧਨਾ ਕਰੇਗਾ ਤਾਂ ਤੈਨੂੰ ਬਹੁਤ ਖੁਸ਼ੀਆਂ ਮਿਲਣਗੀਆਂ। ਕਿਉਂਕਿ ਜੇ ਅਸੀਂ ਕਿਸੇ ਨੂੰ ਕਹਿ ਦਈਏ ਸਾਰਾ ਸਾਲ ਹੀ ਤੂੰ ਬੈਠਾ ਨਾਮ ਜਪੀ ਜਾਂ, ਕਦੇ ਨਹੀਂ ਜਪਦਾ। ਜੇ ਕਹਿ ਦਈਏ 10 ਕੁ ਦਿਨ ਜਪ ਲਾ ਤੇ ਅਗਲਾ ਕਹਿੰਦਾ 10 ਦਿਨ ਦੀ ਕਿੱਡੀ ਗੱਲ ਹੈ। ਇਸੇ ਤਰ੍ਹਾਂ ਪ੍ਰਮਾਤਮਾ ਨੇ, ਵਾਹਿਗੁਰੂ ਨੇ ਸਾਨੂੰ ਜੁੜਨ ਦਾ ਇੱਕ ਜ਼ਰੀਆ ਦਿੱਤਾ। ਤੇ ਸਤਿਗੁਰੂ ਕਹਿੰਦੇ ਭਾਈ ਤੂੰ ਇੱਕ ਇੱਕ ਮਹੀਨਾ ਕਰਕੇ ਜਿੰਨਾ ਤੇਰੇ ਕੋਲੇ ਸਮਾਂ ਮਿਲਦਾ ਤੂੰ ਪ੍ਰਮਾਤਮਾ ਦਾ ਧਿਆਨ ਧਰ, ਪ੍ਰਮਾਤਮਾ ਦੇ ਨਾਲ ਜੁੜਨਾ ਕਰ। ਮੱਘਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆ। ਮੱਘਰ ਦੇ ਮਹੀਨੇ ਵਿੱਚ ਆਪਣੇ ਮਾਲਕ ਨੂੰ ਆਰਾਧਨਾ ਕਰ, ਉਹਨੂੰ ਧਿਆਉਣਾ ਕਰ, ਉਹਦੇ ਨਾਲ ਜੁੜਨਾ ਕਰ। ਜਨਮ ਤੇ ਮਰਨ ਦੇ ਤੇਰੇ ਇਹ ਦੁੱਖ ਕੱਟੇ ਜਾਣਗੇ, ਇਸ ਦੁੱਖ ਤੋਂ ਤੂੰ ਬਚ ਜਾਵੇਂਗਾ। ਸਤਿਗੁਰੂ ਪਾਤਸ਼ਾਹ ਸਾਨੂੰ ਇਹ ਸਮਝਾਉਣਾ ਕਰਦੇ ਹਨ ਕਿ ਤੂੰ ਭਾਈ ਮੱਘਰ ਦੇ ਮਹੀਨੇ ਵਿੱਚ ਪ੍ਰਮਾਤਮਾ ਦੇ ਨਾਲ ਹੀ ਜੁੜਨਾ ਕਰ। ਕਿਉਂ ਕਿ ਪ੍ਰਮਾਤਮਾ ਤੋਂ ਬਿਨਾਂ ਇਹ ਜਨਮ ਮਰਨ ਦਾ ਗੇੜ ਕੋਈ ਕੱਟ ਨਹੀਂ ਸਕਦਾ। ਕਰਨ ਕਾਰਨ ਸਮਰੱਥ ਹੈ, ਜੋ ਕਰੇ ਸੋ ਹੋਈ। ਕਰਨ ਕਰਾਉਣ ਵਾਲਾ ਉਹ ਪ੍ਰਮਾਤਮਾ ਆਪ ਹੈ। ਉਹ ਵਿਧੀਆਂ ਵੀ ਬਣਾ ਸਕਦਾ ਹੈ, ਉਹ ਸਾਡੇ ਨਾਲ ਮਿਲਾਪ ਵੀ, ਪਰ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ। ਪਰ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਨੂੰ ਪ੍ਰਮਾਤਮਾ ਦੇ ਘਰ ਦੀ ਮੰਜ਼ਿਲ ਕੋਈ ਦੱਸ ਨਹੀਂ ਸਕਦਾ। ਆਪਾਂ ਵੀ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਿਆ ਕਰੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਅਸੀਂ ਸਮਝਣਾ ਕਰੀਏ। ਜਿੰਨਾ ਚਿਰ ਸਮਝ ਨਹੀਂ ਆਉਂਦੀ ਉਨਾ ਚਿਰ ਸਾਨੂੰ ਪਤਾ ਨਹੀਂ ਲੱਗਣਾ ਕਿ ਅਸਲ ਮੰਜ਼ਿਲ ਕੀ ਹੈ। ਸੋ ਇਹ ਸੀ ਸਤਿਗੁਰੂ ਨੇ ਸਾਨੂੰ ਜੋ ਮੱਘਰ ਦੇ ਮਹੀਨੇ ਵਿੱਚ ਸਮਝਾਉਣਾ ਕੀਤਾ। ਸਤਿਗੁਰਾਂ ਦੇ ਪਾਵਨ ਬਚਨਾਂ ਦੀ ਆਪਾਂ ਜੋ ਕੁਝ ਕੁ ਸਮਾਂ ਸਾਂਝ ਪਾਈ, ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ। ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਸੋ ਸਾਰੀ ਸੰਗਤ ਨੂੰ ਜੀਓ ਆਇਆਂ, ਬਹੁਤ ਬਹੁਤ ਧੰਨਵਾਦ। ਸੋ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।